ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵਿਚਾਰ ਲੜੀ ਸਾਡੀ ਸੂਰਜ ਪ੍ਰਕਾਸ਼ ਗ੍ਰੰਥ ਉੱਪਰ ਚੱਲ ਰਹੀ ਸੀ, ਅੱਜ ਜਿਹੜੀ ਅਸੀਂ ਵਿਚਾਰ ਕਰਨੀ ਆ ਇਹ ਵਿਚਿੱਤਰ ਨਾਟਕ ਗ੍ਰੰਥ ਦੇ ਉੱਪਰ ਹੈ, ਜਿਸ ਨੂੰ ਦਸਮ ਗ੍ਰੰਥ ਵੀ ਕਹਿੰਦੇ ਹਨ ਅਤੇ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਹਨ। ਕਈ ਨਾਂ ਇਸ ਦੇ ਬਦਲੇ ਗਏ ਹਨ। ਇਸ ਦੇ ਉੱਤੇ ਅਸੀਂ ਵਿਚਾਰ ਕਰਨੀ ਆ। ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਉਹ ਸਾਡੇ ਆਦਿ ਗੁਰੂ ਹੋਏ ਹਨ। ਉਹਨਾਂ ਨੇ ਸਾਨੂੰ ਧਰਮ ਦੇ ਖੇਤਰ ਵਿੱਚ, ਸਮਾਜ ਦੇ ਖੇਤਰ ਵਿੱਚ ਕੁਝ ਖਾਸ ਨੁਕਤੇ ਸਮਝਾਏ ਹਨ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜਿਹੜਾ ਮੁੱਖ ਕੰਮ ਕਰਨਾ ਸਿੱਖ ਨੇ, ਉਹ ਇਹ ਹੈ ਕਿ ਹਰ ਕੰਮ ਕਰਨ ਤੋਂ ਪਹਿਲਾਂ ਸੋਚਣਾ, ਵਿਚਾਰਨਾ। ਵਿਚਾਰ ਰਹਿਤ ਕੋਈ ਵੀ ਕੰਮ ਨਹੀਂ ਕਰਨਾ। ਧਾਰਮਿਕ ਹੋਵੇ, ਸਮਾਜਿਕ ਹੋਵੇ, ਪਰਿਵਾਰਕ ਹੋਵੇ, ਜਾਂ ਕਿਸੇ ਤਰ੍ਹਾਂ ਦਾ ਵੀ ਲੈਣ ਦੇਣ ਹੋਵੇ, ਬਿਨਾਂ ਸੋਚੇ ਸਮਝੇ ਕੁਝ ਨਹੀਂ ਕਰਨਾ। ਅਗਰ ਗੱਲ ਦੀ ਸਮਝ ਨਾ ਆਵੇ ਤਾਂ ਸਾਂਝੀਦਾਰ ਤੋਂ ਜਾਂ ਉਸ ਬੰਦੇ ਤੋਂ ਇਹ ਪੁੱਛ ਲੈਣਾ ਕਿ ਭਾਈ ਇਹ ਜਿਹੜਾ ਕੰਮ ਕਰਨ ਨੂੰ ਤੂੰ ਮੈਨੂੰ ਕਹਿਣਾ ਹੈ, ਇਹ ਕੰਮ ਜੇ ਮੈਂ ਨਾ ਕਰਾਂਗਾ ਤਾਂ ਇਸ ਦਾ ਮੈਨੂੰ ਕੀ ਨੁਕਸਾਨ ਹੋਏਗਾ, ਜੇ ਮੈਂ ਕਰਾਂਗਾ ਤਾਂ ਮੈਨੂੰ ਕੀ ਫਾਇਦਾ ਹੋਏਗਾ। ਭਾਵ ਇਹ ਜੋ ਮੈਂ ਕੰਮ ਕਰਨ ਜਾ ਰਿਹਾ ਤੇਰੇ ਕਹਿਣੇ ਉੱਤੇ, ਉਹ ਮੈਂ ਕਿਉਂ ਕਰਾਂ? ਸਿੱਧਾ ਜਿਹਾ ਸਵਾਲ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਜੋ ਸਾਡੇ ਤੱਕ ਪਹੁੰਚਿਆ, ਬਚਪਨ ਤੋਂ ਲੈ ਕੇ ਜੋ ਪਹਿਲਾ ਸਹੀ ਇਤਿਹਾਸ ਜਿਸ ਨੂੰ ਅਸੀਂ ਗੁਰਬਾਣੀ ਦੀ ਕਸਵੱਟੀ 'ਤੇ ਲਾ ਕੇ ਲੱਭ ਸਕਦੇ ਹਾਂ, ਉਹ ਹੈ ਜਨੇਊ ਪਾਉਣ ਦੀ ਸਾਖੀ ਕਹਾਣੀ। ਉਸ ਤੋਂ ਪਹਿਲਾਂ ਮੱਝਾਂ ਗਾਵਾਂ ਚਾਰਨ ਦੀਆਂ ਗੱਲਾਂ ਸਾਖੀਆਂ ਹੋਈਆਂ, ਸੱਚੇ ਸੌਦੇ ਦੀ ਸਾਖੀ ਹੋਈ, ਜਾਂ ਜੋ ਕੁਝ ਵੀ ਹੈ। ਖੈਰ ਸੱਚੇ ਸੌਦੇ ਦੀ ਸਾਖੀ ਬਾਅਦ 'ਚ ਹੋਈ, ਮੱਝਾਂ ਗਾਵਾਂ ਦੀ ਹੋਈ। ਸੱਪ ਨੇ ਛਾਂ ਕਰਤੀ ਜਾਂ ਦਰਖਤਾਂ ਦਾ ਪਰਛਾਵਾਂ ਨਹੀਂ ਢਲਿਆ, ਉਹ ਸਾਰੀ ਮਨੋਕਲਪਿਤ ਕਹਾਣੀਆਂ ਸਨ। ਜੋ ਪਹਿਲੀ ਗੱਲ ਹੋਈ ਉਹ ਇਹ ਸੀ ਕਿ ਜਨੇਊ ਪਾਉਣ ਦੀ ਰਸਮ। ਗੁਰੂ ਸਾਹਿਬ 9 ਸਾਲ ਦੀ ਉਮਰ ਸੀ। ਅਸੀਂ ਸਾਰੇ ਜਾਣਦੇ ਹਾਂ ਕਿ 9 ਸਾਲ ਦੀ ਉਮਰ ਤੱਕ ਬੱਚੇ ਨੂੰ ਇੰਨਾ ਕੁ ਤਾਂ ਸਮਝ ਆ ਜਾਂਦੀ ਹੈ। ਘਰ ਦੇ ਵਿੱਚ ਅਗਰ ਕੋਈ ਪ੍ਰੋਗਰਾਮ ਉਲੀਕਿਆ ਜਾ ਰਿਹਾ, ਬੱਚੇ ਨੂੰ ਪਤਾ ਹੁੰਦਾ ਕਿ ਇਹ ਪ੍ਰੋਗਰਾਮ ਕਾਹਦੇ ਵਾਸਤੇ ਕਿਉਂ ਕੀਤਾ ਜਾ ਰਿਹਾ। ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਪਾਉਣ ਦੀ ਰਸਮ ਕਰਨੀ ਸੀ। ਇਹ ਧਾਰਮਿਕ ਰਸਮ ਸੀ ਹਿੰਦੂ ਧਰਮ ਅਨੁਸਾਰ। ਸਤਿਗੁਰੂ ਦੇ ਸਾਹਮਣੇ ਸਭ ਤਿਆਰੀਆਂ ਹੋਈਆਂ, ਪਰ ਸਾਡੇ ਸਤਿਗੁਰੂ ਚੁੱਪ ਰਹੇ। ਆਖਰ ਉਹ ਦਿਨ ਆ ਗਿਆ ਜਦੋਂ ਜਨੇਊ ਦੀ ਰਸਮ ਅਦਾ ਕੀਤੀ ਜਾਣੀ ਸੀ। ਸਾਰੇ ਪਤਵੰਤੇ ਸੱਜਣ, ਰਿਸ਼ਤੇਦਾਰ, ਆਂਢ ਗੁਆਂਢ, ਸਰੀਕਾ ਭਾਈਚਾਰਾ, ਧਾਰਮਿਕ ਆਗੂ, ਬੜਾ ਵੱਡਾ ਇਕੱਠ ਜਦੋਂ ਹੋਇਆ। ਜਦੋਂ ਰਸਮ ਅਦਾ ਕਰਨ ਲੱਗੇ, ਸਤਿਗੁਰੂ ਨਾਨਕ ਨੇ ਅੱਗੋਂ ਹੱਥ ਕਰ ਦਿੱਤਾ। ਕਹਿੰਦੇ ਭਈ ਇਹ ਕੀ ਕਰਨ ਲੱਗੇ? ਕਹਿੰਦੇ ਜੀ ਅੱਜ ਤੋਂ ਤੁਹਾਡਾ ਗੁਰੂ ਬ੍ਰਾਹਮਣ ਹੋਏਗਾ, ਤੁਹਾਨੂੰ ਹਿੰਦੂ ਮਤ ਅਨੁਸਾਰ ਖੱਤਰੀਓ ਜਨੇਊ ਪਾਇਆ ਜਾਏਗਾ। ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਵਾਂਗਾ। ਅਸੀਂ ਸਾਰੇ ਆਸਾ ਦੀ ਵਾਰ ਰੋਜ਼ ਪੜ੍ਹਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਸਿੱਧੇ ਪੱਧਰੇ ਲਫ਼ਜ਼ਾਂ ਵਿੱਚ ਇਸ ਚੀਜ਼ 'ਤੇ ਸਵਾਲ ਚੁੱਕਿਆ ਕਿ ਇਸ ਨਾਲ ਮੇਰੇ ਜੀਵਨ ਦੇ ਵਿੱਚ ਕੀ ਫਰਕ ਪਏਗਾ। ਇਹ 4 ਧਾਗਿਆਂ ਦਾ ਵੱਟਿਆ ਹੋਇਆ ਜਨੇਊ ਪਾਓਗੇ, ਮੇਰਾ ਜੀਵਨ ਕਿਵੇਂ ਉੱਚਾ ਹੋ ਜਾਏਗਾ। ਬਹੁਤ ਸਾਰਾ ਵਿਚਾਰ ਵਟਾਂਦਰਾ ਹੋਇਆ। ਫਾਈਨਲੀ ਆਖਿਰ ਵਿੱਚ ਜਦੋਂ ਧਾਰਮਿਕ ਆਗੂ ਕੋਈ ਜਵਾਬ ਨਾ ਦੇ ਸਕੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਭਾਵ ਜਨੇਊ ਨਹੀਂ ਪਾਇਆ। ਇਹ ਗੱਲ ਤਾਂ ਇੱਕ ਸਾਖੀ ਦੀ ਇੱਕ ਛੋਟੀ ਜਿਹੀ ਕਹਾਣੀ ਹੈ, ਪਰ ਇਹ ਕਹਾਣੀ ਸਿੱਖ ਧਰਮ ਦਾ ਆਧਾਰ ਹੈ।
ये जो कहानी है ये सानू दृढ़ कराउंदी है कि ए सिखा तू जे गुरु नानक दा सिख बनना है तां कोई भी कारज करन तो पहला उसके सारे मैरिट्स देखणियां हन, उसके अच्छे गुण, उसके बुरे प्रभाव, उन्हां सारियां दा विश्लेषण करना, फिर तू कोई कारज करना। किसी दे पिछे लग के भेड़ बन के हर चीज़ नू सिर नीवा करके नहीं मन लेना, भावें वो समाजिक गल होवे, भावें वो धार्मिक गल होवे, परिवारक गल होवे, जां वो पैसे धेले ना माया ना संबंधित कोई बिजनेस व्यापार की गल होवे। तू हमेशा पुछना कि मैं ये क्यों करना। होर जीवन विच उदाहरण लै लईए कि असी किसी कागज़ ते दस्तखत करन तो पहला जे असी ना जाणीए कि कागज़ विच लिखिया होया की है तां असी राजे तो रंक बन लग्या सानू 1 मिनट नहीं लगता। असी जे बिना सोचे समझे, बिना पढ़े, बिना जाने कोई ऐसे डॉकूमेंट ते साइन कर दईए जिहदे विच ये लिखिया होवे कि मैं सारी अपनी चल ते अचल जायदाद फलाने बंदे नूं वेच दिती है, उहदे कोलों मैं 10 करोड़ रुपया वसूल पाया है, मेरा हुण अपनी सारी जायदाद उत्ते कोई अधिकार नहीं है, ते दस्तखत करके दे दईए। उदों बाद दे विच असीं पुछीए कि भई पढ़ के सुणा इह 'च लिखिया की आ। अगला कहू भई हुण तुसीं इंज करो, ये मकान खाली करो, घर विहला करो, हुण लिखिया दस्सण दा टाइम नहीं, तुसीं सारा कुछ मैनूं वेच दिता है। जे उही गल साइन करन तो पहलां पता कर लेंदे, तुसीं राजे सी, हुण भिखारी बन गए। इवें धर्म के खेत्र में किसी खेत्र में भी जागते रहने का होका साडे सतगुरु दे के गए सी। सौना नहीं, गलांदे नहीं रहना, एवें भेड़ दे पिछे लग के भेड़ नहीं बन जाना, सतर्क होकर जीवन जिउणा। यह सानू जो है नसीहत साडे सतगुरु बचपन 9 साल की उम्र विच करके गए सी। आओ असी विचार करनी है विचित्र नाटक उत्ते, उहदे विचों भी एक खास जो है सबजैक्ट विशा असी चुनिया है। वो विशा खास क्यों है? क्योंकि सिख धर्म दियां अहम जिहड़े साडे कारज ने, सब तो मुख कारज सिख धर्म विच दाखले दा वो है खंडे वाटे दी पौड़। खंडे वाटे दी पौड़ छकाउण समय 5 बाणियां दा पाठ कीता जांदा है, 5 रचनावां दा पाठ कीता जांदा। उहदे विचों पहली रचना है जपजी साहब, जिहड़ी कि गुरु ग्रंथ साहब दे पन्ना 1 तो लैके 8 तक अंकित है। दूजी रचना है आनंद साहब, जिहड़ी कि 917 पन्ने ते अंकित है गुरु ग्रंथ साहब दे विच। इस तरह जाप साहब है तो प्रसाद सवैये हन। उहदे विचों एक रचना है कवियो वाच बेनती चौपई। ये जिहड़ी रचना है ये 5 बाणियां विच पढ़ी जाती है ते ये सौदर दे पाठ वेले शाम नूं भी ये साडे नितनेम दा हिस्सा है, उस वेले ये पढ़ी जाती है। ते जो कुछ भी असी पढ़ते हाँ जां सानू पढ़न नूं कहा जाता है, गुरु नानक दे सिख होण दे नाते साडा ये फर्ज बनता है कि जानना है कि ये बाणी कित्थों आई। पहलियां 2 बाणियां जपजी साहब ते आनंद साहब, ये जिहड़ियां ने गुरु ग्रंथ साहब विचों आईयां। बाकी 3 बाणियां जो हन वो ये जो विचित्र नाटक जिसनों 10वें ग्रंथ भी कहते हैं तो अजकल 10वें श्री गुरु ग्रंथ साहब जी कहन लग गए हैं, इहदे विचों है। इस रचना का असी हुण देखना है कि ये कित्थे लिखी हुई है। जो कवियोवाच बेनती चौपाई, क्योंकि अज साडियां संगतां विच एक बड़ी वड्डी दुविधा है कि कई गुटकियां ते लिखिया कवियोवाच बेनती चौपाई और कईयां ते लिखिया कवियोवाच बेनती चौपाई पातशाही 10वीं।
ਕੁਝ ਲੋਕ ਇਸ ਨੂੰ ਦਸ਼ਮੇਸ਼ ਪਿਤਾ ਦੀ ਰਚਨਾ ਮੰਨਦੇ ਹਨ, ਕੁਝ ਲੋਕ ਇਸ ਨੂੰ ਕਵੀ ਦੀ ਰਚਨਾ ਮੰਨਦੇ ਹਨ, ਅਤੇ ਕੁਝ ਲੋਕ ਜੋ ਹੈ ਉਹ ਇਸ ਨੂੰ ਸਿੱਖ ਧਰਮ ਇਹ ਮੰਨਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਕੀਤਾ ਹੋਇਆ। ਆਓ ਪਹਿਲਾਂ ਇਸ ਰਚਨਾ ਦੀ ਜੜ ਫੜੀਏ ਕਿ ਇਸ ਵਿਚਿੱਤਰ ਨਾਟਕ 'ਚ ਕਿੱਥੇ ਲਿਖੀ ਹੋਈ ਹਨ। ਬਹੁਤ ਰਚਨਾਵਾਂ ਤੋਂ ਇਲਾਵਾ ਵਿਚਿੱਤਰ ਨਾਟਕ ਵਿੱਚ 404 ਜੋ ਤ੍ਰਿਆ ਚਰਿੱਤਰ ਲਿਖੇ ਹੋਏ ਨੇ। ਇਹ ਰਚਨਾ ਇਹਨਾਂ ਚਰਿੱਤਰਾਂ ਵਿੱਚੋਂ ਆਖਰੀ ਚਰਿੱਤਰ, ਪਹਿਲੇ ਜ਼ਮਾਨੇ ਵਿੱਚ 405 ਅੰਕ ਦਿੱਤੇ ਹੋਏ ਸਨ, ਅੱਜ ਕੱਲ੍ਹ 404 ਕਰ ਦਿੱਤੇ। ਇੱਕ ਵਿੱਚ ਚਰਿੱਤਰ ਨਹੀਂ ਹੈ, ਅੰਕ 5 ਲਿਖੇ ਸੀ, ਅੱਜ ਕੱਲ੍ਹ 404 ਹੀ ਨੇ। ਇਹ ਜੋ ਹੈ 404ਵਾਂ ਚਰਿੱਤਰ, ਇਸ ਦੇ ਟੋਟਲ ਬੰਦ ਹਨ 405, ਅਤੇ ਜਿਹੜੀ ਕਵੀ ਵਾਚ ਬੇਨਤੀ ਚੌਪਈ ਅਸੀਂ ਪੜ੍ਹਦੇ ਹਾਂ ਉਹ ਇਸ 405 ਬੰਦਾਂ ਵਾਲੇ ਚਰਿੱਤਰ ਵਿੱਚੋਂ ਸਿਰਫ 25 ਬੰਦ 377 ਨੰਬਰ ਤੋਂ ਲੈ ਕੇ ਅਤੇ 401 ਨੰਬਰ ਤੱਕ ਅਸੀਂ ਪੜ੍ਹਦੇ ਹਾਂ। ਕਈ ਸਿੱਖ ਤਾਂ ਹਰ ਦੁੱਖ ਵੇਲੇ ਇਸ ਬਾਣੀ ਦਾ ਜਾਪ ਕਰਦੇ ਹਨ, ਹਮਰੀ ਕਰੋ ਹੱਥ ਦਾ ਰੱਛਾ, ਭਈ ਸਾਡੀ ਰੱਖਿਆ ਕਰੋ। ਅਸੀਂ ਜਿਵੇਂ ਆਨੰਦ ਸਾਹਿਬ ਦੀਆਂ ਆਮ ਤੌਰ 'ਤੇ 6 ਪੌੜੀਆਂ ਦਾ ਕੀਰਤਨ ਕੀਤਾ ਜਾਂਦਾ ਹੈ ਕਿਸੇ ਪ੍ਰੋਗਰਾਮ ਦੀ ਸਮਾਪਤੀ ਤੋਂ ਉਪਰੰਤ, ਪਰ ਕਿਤੇ ਮਨਾਹੀ ਨਹੀਂ ਆ ਕਿ ਕੋਈ ਸਿੱਖ ਪੂਰਾ ਆਨੰਦ ਸਾਹਿਬ ਆਪਣੇ ਸਵੇਰੇ ਸ਼ਾਮ ਜਾਂ ਦਿਨ ਵਿੱਚ ਜਦੋਂ ਮਰਜ਼ੀ ਨਹੀਂ ਪੜ੍ਹ ਸਕਦਾ। ਭਾਵ ਉੱਥੇ ਮਰਜ਼ਾਦਾ ਸਿਰਫ 6 ਪੌੜੀਆਂ ਦੀ ਹੈ, ਪਰ ਆਪਣੇ ਲਈ ਸਿੱਖ ਪੂਰਾ ਆਨੰਦ ਸਾਹਿਬ ਜਦੋਂ ਜੀ ਚਾਹੇ ਪੜ੍ਹ ਸਕਦਾ। ਇਵੇਂ ਇੱਥੇ ਇਹਨਾਂ ਮਰਜ਼ਾਦਾ ਜੋ ਬਣਾਈ ਹੈ ਉਹ 25 ਬੰਦਾਂ ਦੀ ਬਣਾਈ ਹੈ, ਬਾਕੀ ਜੋ ਛੱਡ ਦਿੱਤੇ ਨੇ। ਅੱਜ ਅਸੀਂ ਵਿਚਾਰ ਕਰਾਂਗੇ ਸ਼ੁਰੂ ਤੋਂ, 1 ਨੰਬਰ ਬੰਦ ਤੋਂ ਲੈ ਕੇ ਅਸੀਂ ਸ਼ੁਰੂ ਕਰਾਂਗੇ। ਹੋ ਸਕਦਾ ਹੈ ਇਹ ਸਾਰੀ ਵਿਚਾਰ ਸਾਡੀ 2 ਵੀਡੀਓ ਵਿੱਚ ਸੰਪੂਰਨ ਹੋਵੇ। ਆਖਰਕਾਰ ਕਹਾਣੀ ਕੀ ਹੈ? ਕਹਾਣੀ ਅਸੀਂ ਜਾਣਾਂਗੇ ਕਿ ਕਹਾਣੀ ਇਹ ਹੈ, ਅਸੀਂ ਮੁੱਢ ਤੋਂ ਸ਼ੁਰੂ ਕਰ ਰਹੇ ਹਾਂ। ਮੈਂ ਇਸ ਨੂੰ ਕਹਾਣੀ ਦੇ ਵਿੱਚ ਲਿਖਿਆ ਕਿਉਂਕਿ ਜੇ ਮੈਂ ਪੂਰੀ ਰਚਨਾ ਪੜ੍ਹਾਂਗਾ ਉਹ ਕੁਛ ਦਸਮ ਗ੍ਰੰਥ ਦੇ ਜੋ ਹੈ 34-35 ਅੰਕ ਬਣਦੇ ਨੇ, ਔਰ 34-35 ਅੰਕ ਪੜ੍ਹਨ ਨੂੰ ਕਹਿਣ ਦਾ ਮਤਲਬ ਸੁਖਮਨੀ ਸਾਹਿਬ ਜਿੱਡੀ ਬਾਣੀ ਹੈ, ਇਸ ਨੂੰ 1 ਘੰਟਾ ਕੋਈ 10 ਮਿੰਟ ਲੱਗਣਗੇ, ਸਮਝਾਉਣ ਲਈ ਤਾਂ ਕਈ ਦਿਨ ਲੱਗ ਜਾਣਗੇ। ਇਸ ਕਰਕੇ ਮੈਂ ਪੂਰੀ ਰਚਨਾ ਨੂੰ ਪੜ੍ਹ ਕੇ ਸਮਝ ਕੇ ਇੱਕ ਕਹਾਣੀ ਦੇ ਰੂਪ ਵਿੱਚ ਜੋ ਕਹਾਣੀ ਉਹ ਰਚਨਾ ਵਿੱਚ ਲਿਖੀ ਹੋਈ ਹੈ ਉਸ ਨੂੰ ਥੋੜ੍ਹਾ ਛੋਟਾ ਕਰਕੇ ਬਣਾਇਆ ਹੈ, ਤਾਂ ਕਿ ਅਸੀਂ ਥੋੜ੍ਹੇ ਸਮੇਂ ਵਿੱਚ 1-2 ਵੀਡੀਓ ਵਿੱਚ ਇਸ ਰਚਨਾ ਨੂੰ ਸਮਝ ਸਕੀਏ ਕਿ ਆਖਰ ਇਹ ਕਵਿਉਵਾਚ ਬੇਨਤੀ ਚੌਪਈ ਕਿੱਥੋਂ ਆਈ, ਇਹਦਾ ਆਧਾਰ ਕੀ ਹੈ। ਆਧਾਰ ਇਹ ਹੈ, ਸਤਯੁਗ ਵਿੱਚ ਇੱਕ ਸਤ ਸਿੰਧ ਨਾਂ ਦਾ ਰਾਜਾ ਹੋਇਆ, ਜਿਸ ਦਾ ਜਸ 14 ਲੋਕਾਂ ਵਿੱਚ ਪਸਰਿਆ ਹੋਇਆ ਸੀ। ਉਸ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ਬ੍ਰਹਮਾ ਨੇ ਉਸ ਨੂੰ ਤਿਲਕ ਲਗਾਇਆ ਅਤੇ ਉਹ ਸਾਰੇ ਦੇਵਤਿਆਂ ਦਾ ਰਾਜਾ ਬਣ ਗਿਆ। ਉਸਨੇ ਸਾਰੇ ਦੈਂਤਾਂ ਨੂੰ ਮਾਰ ਦਿੱਤਾ, ਸਾਰੇ ਦੇਵਤੇ ਸੁਖੀ ਵਸਣ ਲੱਗੇ। ਪਰ ਸਤਯੁਗ ਦੀ ਗੱਲ ਹੈ, ਕਹਾਣੀ ਹੈ। ਹੁਣ ਖਾਸ ਕਰਕੇ ਉਹਨਾਂ ਵੀਰਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿਹੜੇ ਇਹ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਰਚਨਾ ਕੀਤੀ ਹੈ, ਕਿਉਂਕਿ ਇਹ ਸਾਰੇ ਸਵਾਲਾਂ ਦਾ ਜਿਹੜੇ ਇਹ ਕਹਾਣੀ ਵਿੱਚੋਂ ਉਤਪੰਨ ਹੋਣਗੇ ਉਹਨਾਂ ਦਾ ਉੱਤਰ ਉਹਨਾਂ ਵੀਰਾਂ ਨੂੰ ਲੱਭਣਾ ਪਏਗਾ। ਸਤ ਸਿੰਧ ਨੇ ਬਹੁਤ ਸਾਲ ਰਾਜ ਕੀਤਾ। ਅਚਾਨਕ ਇੱਕ ਦਿਨ ਦੀਰਘਦਾੜ ਨਾਮ ਦੇ ਦੈਂਤ ਨੇ ਜਨਮ ਲਿਆ ਅਤੇ ਉਸ ਨੇ 10,000 ਅਛੋਹਣੀ ਦਲ ਲੈ ਕੇ ਸਤ ਸਿੰਧ ਰਾਜੇ ਉੱਪਰ ਹਮਲਾ ਕਰ ਦਿੱਤਾ। ਉੱਧਰੋਂ ਸਤ ਸਿੰਧ ਨੇ ਦੇਵਤਿਆਂ ਨਾਲ ਮਿਲ ਕੇ 20,000 ਅਛੋਹਣੀ ਸੈਨਾ ਲੈ ਕੇ ਉਸ ਦਾ ਮੁਕਾਬਲਾ ਕਰਨ ਲਈ ਸੂਰਜ ਨੂੰ ਸੈਨਾਪਤੀ ਬਣਾਇਆ। ਸੱਜੇ ਪਾਸੇ ਦੀ ਕਮਾਨ ਚੰਦਰਮਾ ਨੂੰ ਦਿੱਤੀ ਅਤੇ ਖੱਬੇ ਪਾਸੇ ਦੀ ਕਮਾਨ ਕਾਰਤਿਕੇ ਨੂੰ ਦਿੱਤੀ। ਕੁੱਲ ਸੈਨਾ ਜੋ ਬਣਦੀ ਹੈ ਉਸ ਦਾ ਅਸੀਂ ਇੱਥੇ
हिसाब किताब करना है। इस सैना विच हाथी जिहड़े ने वो 65 करोड़ 61 लाख हाथी, और जिहड़े रथ ने वो भी 65 करोड़ 61 लाख। घोड़े घोड़े जिहड़े बनते ने टोटल ये बनते ने 328 करोड़ 5 लाख घोड़े। ये आपां जाणांगे कि एक अछोणी दे विच किन्ने घोड़े हुंदे ने, किन्ने हाथी हुंदे ने। एक अछोणी दे विच हाथियां दी संख्या हुंदी है 21,870, रथ भी 21,870 ही हुंदे हन। ते जिहड़े हैगे आ प्यादे ये हुंदे ने 1,09,350। 1,09,350 नूं असीं 30,000 नाल जरब करना। जदों असीं 30,000 दे नाल जरब करदे हां ते ये साडे कोल कुल प्यादे बन जांदे ने 656 करोड़ 10 लाख। मैं ये सारा वेरवा क्यों दे रहा कि असीं ये समझना कि किड्डियां वड्डियां वड्डियां गप्पां मारियां होईयां इस कहानी दे विच। और कहा यह जा रहा कि ये गुरु गोबिंद सिंह जी लिख रहे हैं। अंदाज़ा लगाओ कि साढ़े सतगुरों को एडियां गप्पां लिखण दा टाइम सीगा। 656 करोड़ 10 लाख का मतलब है अज संसार की पॉपुलेशन 790 करोड़ है। ये विचों जेकर असीं हिंदुस्तान की जनसंख्या कढ़ दईए, कहण तो भाव बाकी जिन्ने संसार की जनसंख्या चीन सने सारे देशों की बनी, एड्डी वड्डी फौज की जो है लड़ाई शुरू होई। क्योंकि 10,000 अछोनी दल लैके तां एक पास्यों हमला होया, दीरकदाड़ ने किया, तो 20,000 अछोनी सैना लैके जिहड़ा है वो सत सिंध ने उहदा मुकाबला करन लई अगे आया। ये पता नहीं किहड़ी धरती उत्ते कित्थे जाके ये लड़ाई हुई होवेगी। तो इस तरह करके जिहड़े टोटल घोड़े बनते ने वो बनते ने 328 करोड़ ते 5 लाख। ਇਹ घोड़े जिहड़े सी इन्ने लैके ये लड़ाई जिहड़ी है वो शुरू हो गई। लड़ाई शुरू होने तो बाद कमसान की लड़ाई शुरू हो गई। लड़ाई विच बहुत बाजे ढोल अते नगारे वज रहे सन। बहुत तरह के मारू हथियारां की वरतों हो रही सी। इस भयानक जंग विच बहुत कटावट हुई, खून की नदी वह रही सी। दक्षिणियाँ भूत अते पिशाच खून पी रहे सन, मांस खा रहे सन अते बहुत मस्ती विच सन। जिहड़े सूरमे शहीदी प्राप्त कर रहे सन उन्हां नूं परियां विआह के लिजा रहीआं सन। आ जिहड़ा साडे विच एक संकल्प भरिया जा रहा कि जिहड़ा बंदा शहीद हुंदा ना उन्होंने हूरां परियां आके विआह के लै जांदियां। भाव उस नूं अगे बहुत सुंदर जनानियां मिलदियां। ये लालच आन धर्मां वाले लोकां ने अपने बंदियां नूं दित्ता सी। ਇਹ ਜਿਹੜੀ ਬਿਮਾਰੀ, ਇਹ ਜਿਹੜੀ ਘਟੀਆ ਗੱਲ ਇਹ ਸਿੱਖ ਧਰਮ ਵਿੱਚ ਵੀ ਪਾ ਦਿੱਤੀ ਗਈ ਇਹਨਾਂ ਕਹਾਣੀਆਂ ਦੁਆਰਾ ਕਿ ਮਰਨ ਤੋਂ ਬਾਅਦ ਹੂਰਾਂ ਪਰੀਆਂ ਦੇ ਨਾਲ ਵਿਆਹ ਹੁੰਦਾ ਹੈ। ਉੱਥੇ ਐਸ਼ ਹੀ ਐਸ਼ ਹੈ। ਭਾਵ ਅਸੀਂ ਜੇ ਮਰ ਰਹੇ ਹਾਂ, ਸ਼ਹੀਦੀ ਪ੍ਰਾਪਤ ਕਰ ਰਹੇ ਹਾਂ, ਸਾਡੇ ਮਨ ਵਿੱਚ ਲਾਲਸਾ ਹੈ, ਲਾਲਚ ਹੈ ਐਸ਼ ਕਰਨ ਦਾ। ਇੱਥੇ ਐਸ਼ ਨਹੀਂ, ਅੱਗੇ ਐਸ਼ ਦਾ ਲਾਲਚ ਦੇ ਦਿੱਤਾ ਗਿਆ ਜੋ ਕਿ सरासर गुरमत दे उल्ट है। तो इस तरह करके बहुत कमसान की लड़ाई चल रही सी। जिहड़े सूरमे शहीदी प्राप्त कर रहे सन उन्होंने परियां विआह के लिया रही सन। इतनी भयानक लड़ाई हुई कि मिट्टी घट्टे की उड़दी धूड़ विच हथ नूं हथ दिखाई नहीं सी दिंदा। आखिर दोनों पासियां की सारी सेना मर गई। सिर्फ दीरकदाड़ दैंत ਅਤੇ राजा सत सिंध बचिया। इन्हां दोनों ने लड़ाई शुरू कर दी। भाव 656 करोड़ 10 लाख सारी की सारी सेना जिहड़ी आ वो मर गई। ये मैं छोटा करके सुना रहा कि लंबी कहानी तो 10 दिन लगे रहिए, खत्म नहीं होनी। तो सारी सेना मर गई
ਤਾਂ ਹੁਣ ਇੱਕ ਪਾਸੇ ਦੀਰਘਦਾੜ ਬਚਿਆ ਤੇ ਦੂਸਰੇ ਪਾਸੇ ਸਤ ਸਿੰਧ ਰਾਜਾ ਬਚਿਆ। ਤੇ ਇਹਨਾਂ ਦੋਨਾਂ ਨੇ ਆਪਸ ਵਿੱਚ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਦੋਨੋਂ ਬਹੁਤ ਬਹਾਦਰ ਸਨ, ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ। 20 ਸਾਲ ਲਗਾਤਾਰ ਦਿਨ ਰਾਤ ਯੁੱਧ ਹੁੰਦਾ ਰਿਹਾ। ਆਖਰ ਵਿੱਚ ਦੋਨਾਂ ਨੇ ਇੱਕੋ ਸਮੇਂ ਵਾਰ ਕੀਤੇ ਅਤੇ ਦੋਨੋਂ ਸ਼ਹੀਦ ਹੋ ਗਏ, ਦੋਨੋਂ ਮਾਰੇ ਗਏ। ਭਾਵ ਆਖਰ ਦੇ ਵਿੱਚ ਦੋਨੋਂ ਜਿਹੜੇ ਹੈ ਉਹ ਸ਼ਹੀਦ ਹੋ ਗਏ, ਮਾਰੇ ਗਏ। ਤੇ ਉਹ ਜਦੋਂ ਮਾਰੇ ਗਏ ਫਿਰ ਕੀ ਹੋਇਆ, ਅਸਲੀ ਕਹਾਣੀ ਹੁਣ ਸ਼ੁਰੂ ਹੋਣੀ ਹੈ। ਇਹਨਾਂ ਦੀ ਸ਼ਹਾਦਤ ਵਿੱਚੋਂ ਪ੍ਰਚੰਡ ਅਗਨੀ ਨਿਕਲੀ ਅਤੇ ਉਸ ਅਗਨੀ ਵਿੱਚੋਂ ਇੱਕ ਬਾਲਾ ਇਸਤਰੀ ਪੈਦਾ ਹੋਈ। ਜਦੋਂ ਰਾਜੇ ਮਰ ਗਏ ਉੱਥੇ ਅਗਨੀ ਪੈਦਾ ਹੋਈ, ਉਸ ਅਗਨੀ ਵਿੱਚੋਂ ਇੱਕ ਬਾਲਾ ਇਸਤਰੀ ਪੈਦਾ ਹੋ ਗਈ। ਇਹ ਗੁਰਮਤ ਸਾਨੂੰ ਇਹਨਾਂ ਗ੍ਰੰਥਾਂ ਵਿੱਚ ਲਿਖ ਕੇ ਪੜ੍ਹਾਈ ਜਾਂਦੀ ਹੈ। ਇੱਕ ਇੱਕ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਇਹ ਜਿਹੜੀ ਹੈ ਸਾਰੀ ਗੱਲ, ਸਾਰੇ ਗ੍ਰੰਥ ਰੱਦ ਕਰਦੇ ਨੇ। ਉਹ ਕਿਵੇਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਕਹਿੰਦੇ ਨੇ, ਭਗਤ ਕਬੀਰ ਜੀ ਦੀ ਬਾਣੀ ਵਿੱਚ ਹੈ, ਰਾਗ ਗੌਂਡ ਕਬੀਰ, ਅੰਕ ਨੰਬਰ ਹੈ 872, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਉਦਾਹਰਨ ਦੇ ਰਹੇ ਨੇ, ਜਿਵੇਂ ਮਾਤਾ ਤੇ ਪਿਤਾ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ, ਭਗਤ ਕਬੀਰ ਜੀ ਕਹਿ ਰਹੇ ਨੇ। ਇਵੇਂ ਪਾਣੀ ਤੋਂ ਬਿਨਾਂ ਕੱਪੜੇ ਨਹੀਂ ਧੋਤੇ ਜਾ ਸਕਦੇ। ਅੱਗੇ ਗੁਰੂ ਸਾਹਿਬ ਕੁਝ ਹੋਰ ਦੱਸਣਾ ਚਾਹੁੰਦੇ ਨੇ, ਪਰ ਇੱਥੇ ਇੱਕ ਨੁਕਤਾ ਸਮਝਣਾ ਹੈ ਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ। ਤੁਸੀਂ ਕਹੋ ਵੀ ਜੀ ਭਗਤਾਂ ਨੇ ਕਿਹਾ, ਵੀ ਗੁਰੂ ਸਾਹਿਬ ਨੇ ਥੋੜ੍ਹੀ ਕਿਹਾ। ਲਓ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਵੀ ਸੁਣ ਲੈਂਦੇ ਹਾਂ ਕਿ ਬੱਚੇ ਪੈਦਾ ਹੋਣੇ ਦੀ, ਇਨਸਾਨ ਪੈਦਾ ਹੋਣ ਦੀ ਵਿਧੀ ਕੀ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਮੂਰਤ ਸੂਰਤ ਕਰ ਆਧਾਰਾ। ਕਹਿੰਦੇ ਵੀ ਮਾਂ ਦੀ ਜਿਹੜੀ ਹੈ ਰਕਤ, ਮਾਂ ਦਾ ਖੂਨ, ਪਿਤਾ ਦੀ ਬਿੰਦ ਬੀਰਜ, ਇਹ ਦੋਨੋਂ ਮਿਲ ਕੇ ਤਾਂ ਸੋਹਣੀ ਸੂਰਤ ਮੂਰਤ ਵਾਲਾ ਇਨਸਾਨ ਬਣਦਾ ਹੈ। ਹੋਰ ਕੋਈ ਤਰੀਕਾ ਨਹੀਂ। ਅੱਗ ਵਿੱਚੋਂ ਪੈਦਾ ਹੋਣ ਵਾਲਾ ਤਰੀਕਾ ਗੁਰਮਤਿ ਪ੍ਰਵਾਨ ਨਹੀਂ ਕਰਦੀ, ਪਰ ਇਹ ਸਾਡੇ 'ਤੇ ਠੋਸਿਆ ਜਾ ਰਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਉਹ ਰਾਜਾ ਸਤ ਸਿੰਧ ਤੇ ਦੀਰਘਦਾੜ ਮਾਰੇ ਗਏ, ਉੱਥੋਂ ਅਗਨੀ ਪੈਦਾ ਹੋਈ, ਉਸ ਅਗਨੀ ਦੇ ਵਿੱਚੋਂ ਇੱਕ ਖੂਬਸੂਰਤ ਇਸਤਰੀ ਜਿਹੜੀ ਆ ਬਾਲਾ ਪੈਦਾ ਹੋ ਗਿਆ। ਪੈਦਾ ਛੋਟੀ ਬੱਚੀ ਨਹੀਂ ਹੋਈ 1-2 ਕਿਲੋ ਦੀ, ਉਹ ਨੌਜਵਾਨ ਪੈਦਾ ਹੋਈ। ਕਹਿੰਦਾ ਮਤਲਬ ਜਦੋਂ ਗੱਪਾਂ ਮਾਰਨੀਆਂ ਨਾ, ਉਹ ਅੱਜ ਕੱਲ੍ਹ ਸੀਰੀਅਲ ਚੱਲ ਰਹੇ ਨਾ ਗੱਪਾਂ, ਵੀ ਉਹ ਬਿਜ਼ਨਸ 500 ਕਰੋੜ ਰੁਪਏ ਦਾ ਘਾਟਾ ਪੈ ਗਿਆ, 10,000 ਕਰੋੜ ਰੁਪਏ ਦਾ ਘਾਟਾ ਪੈ ਗਿਆ। ਕੁਛ ਵੀ ਜਦ ਦੇਣਾ ਲੈਣਾ ਕੁਛ ਨਹੀਂ, ਕਹਿਣਾ ਹੀ ਆ ਨਾ। 500-700 ਦਾ ਘਾਟਾ ਪੈ ਜਾਏ, ਕੋਈ ਗਵਾਚ ਜਾਣ ਲੱਭਦੇ ਰਹੀਦਾ, ਇੱਥੇ ਤਾਂ ਕਹਿਣਾ ਹੀ ਆ 10 ਕਰੋੜ ਦੀ ਜਗ੍ਹਾ 100 ਕਰੋੜ ਕਹਿ ਦਿਓ। ਜਦ ਗਾਪੀ ਮਾਰਨੀ ਆ, ਸਹਿਣਾ ਜਿੰਨੀ ਮਰਜ਼ੀ ਕਹਿ ਦਿਓ। ਉਹਨਾਂ ਨੇ ਸੋਚਿਆ ਹੋਣਾ ਕਿਹੜਾ ਕਦੀ ਕਿਸੇ ਨੇ ਇੱਥੇ ਕਿੰਤੂ ਪ੍ਰੰਤੂ ਜਾਂ ਪੜ੍ਹਨਾ ਜਾਂ ਸਮਝਣਾ। ਔਰ ਸਭ ਤੋਂ ਵੱਡੀ ਗੱਲ, ਗੁਰੂ ਦੇ ਨਾਂ 'ਤੇ ਲਾ ਦਿਓ ਤਾਂ ਫਿਰ ਤਾਂ ਕੋਈ ਕੁਐਸਚਨ ਹੀ ਨਹੀਂ ਕਰ ਸਕਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਇੱਕ ਗੱਲ ਖਿਆਲ ਕਰਨਾ, ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਹਿਲੇ ਗੁਰੂ ਨਾਨਕ ਵੱਲੋਂ ਲਿਖੀ ਹੋਈ ਗੱਲ ਨੂੰ ਕਿਸੇ ਨੂੰ ਰੱਦ ਕਰ ਸਕਦੇ ਹਨ? ਐਸਾ ਕਰਨਗੇ ਉਹ ਕਿ ਗੁਰੂ ਨਾਨਕ ਪਾਤਸ਼ਾਹ ਇਹ ਕਹਿਣ ਕਿ ਮਾਤਾ ਪਿਤਾ ਤੋਂ ਬਿਨਾਂ, ਮਾਤਾ ਦੀ ਜਿਹੜੀ ਆ ਰਕਤ ਤੇ ਪਿਤਾ ਦੀ ਜਿਹੜੀ ਆ ਵੀਰਜ, ਇਹ ਤੋਂ ਬਗੈਰ ਬੱਚੇ ਪੈਦਾ ਨਹੀਂ ਹੋ ਸਕਦੇ, ਸੰਸਾਰ ਦੀ ਉਤਪਤੀ ਨਹੀਂ ਹੁੰਦੀ, ਹਿਊਮਨ ਬੀਇੰਗ ਨਹੀਂ ਬਣਦੇ। ਪਰ ਗੁਰੂ ਗੋਬਿੰਦ ਸਿੰਘ ਜੀ ਇਹ ਕਹਿਣਗੇ ਨਾ ਨਾ ਬਾਬਾ ਜੀ, ਹੁਣ ਨਵੀਂ ਗੱਲ ਹੋ ਗਈ। ਉਹ ਤੁਸੀਂ ਕਹਿੰਦੇ ਮਾਤਾ ਪਿਤਾ, ਇੱਥੇ ਤਾਂ ਉਹ ਦੋ, ਇੱਕ ਰਾਜਾ ਤੇ ਇੱਕ ਜਿਹੜਾ ਰਾਖਸ਼ ਮਰਿਆ, ਉਹ ਤੋਂ ਅੱਗ ਪੈਦਾ ਹੋਈ, ਅੱਗ ਤੋਂ ਇੱਕ ਬਾਲਾ ਪੈਦਾ ਹੋ ਗਈ, ਇੱਕ ਦੇਵੀ ਪੈਦਾ ਹੋ ਗਈ, ਇੱਕ ਔਰਤ ਪੈਦਾ ਹੋ ਗਈ। ਔਰ ਪੈਦਾ ਵੀ ਇੱਦਾਂ ਨਹੀਂ ਬੱਚਾ ਛੋਟਾ ਵੀ 20 ਸਾਲ 'ਚ ਵੱਡਾ ਹੋਊ, ਉਹ ਜਵਾਨ ਹੀ ਪੈਦਾ ਹੋਈ। ਇਹ
ਸਾਡੇ ਦਿਮਾਗਾਂ ਵਿੱਚ ਇਹੋ ਜਿਹੀਆਂ ਕਹਾਣੀਆਂ ਭਰ ਦਿੱਤੀਆਂ ਜਿਨ੍ਹਾਂ ਦਿਮਾਗ ਸਾਡੇ ਖੋਖਲੇ ਹੋ ਗਏ, ਕੁਝ ਨਹੀਂ ਬਚਿਆ। ਗੁਰਬਾਣੀ ਸਿਰਫ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝਣ ਦਾ, ਜੀਵਨ 'ਚ ਢਾਲਣ ਦਾ, ਗੁਰਬਾਣੀ 'ਤੇ ਚੱਲਣ ਦਾ ਸਿੱਖਾਂ ਨੇ ਕਾਮੀ ਟਾਂਟਾ ਹੀ ਵੜ ਛੱਡਿਆ। ਕਿਉਂਕਿ ਜਦੋਂ ਇਹੋ ਜਿਹੀਆਂ ਕਹਾਣੀਆਂ ਨੂੰ ਆਧਾਰ ਬਣਾ ਕੇ ਜੀਵਨ ਜਿਉਣਾ ਤਾਂ ਫਿਰ ਅੰਦਾਜ਼ਾ ਲਗਾ ਸਕਦੇ ਨਾ, ਫਿਰ ਗੁਰਬਾਣੀ ਕਿੱਥੇ ਰਹਿ ਗਈ। ਉਹ ਦੋ ਲਾਈਨਾਂ ਪੜ੍ਹ ਕੇ ਪੜ੍ਹ ਛੱਡਣੀਆਂ, ਉਹ ਇਗਨੋਰ ਕਰ ਦੇਣੀਆਂ, ਅਣਗੌਲੀਆਂ ਕਰ ਦੇਣੀਆਂ। ਕਹਾਣੀਆਂ ਹਰ ਇੱਕ ਬੰਦੇ ਨੂੰ ਯਾਦ ਹੈ, ਬੜੀਆਂ ਰੌਚਕ ਲੱਗਦੀਆਂ ਕਹਾਣੀਆਂ। ਵਾਹ ਕਿਆ ਕਮਾਲ ਆ, ਐਡੀ ਵੱਡੀ ਜੰਗ ਹੋਈ। ਉਹ ਸੋਚੇ ਸੀ ਕਿਹੜੀ ਧਰਤੀ 'ਤੇ ਆਏ ਹੋਣਗੇ, ਇਕੱਠੇ ਹੋਏ ਹੋਣਗੇ। ਖੈਰ ਸੁਣੋ, ਉਹ ਜੰਮਦੀ ਜਵਾਨ ਹੋਈ ਅਤੇ ਪੈਦਾ ਹੋਈ। ਪੈਦਾ ਹੁੰਦਿਆਂ ਹੀ ਉਹ ਹੱਥ ਵਿੱਚ ਸ਼ਸਤਰ ਅਸਤਰ ਲੈ ਕੇ ਹੱਸਣ ਲੱਗੀ, ਜਿਵੇਂ ਅਲੜ ਕੁੜੀ ਕੋਈ ਹੱਸਦੀ ਹੋਵੇ। ਉਹ ਹੱਸਣ ਲੱਗੀ ਤਾਂ ਫਿਰ ਅਤੇ ਇੱਧਰ ਉੱਧਰ ਭੱਜਣ ਲੱਗੀ। ਉਸ ਦਾ ਤੇਜ ਸੂਰਜ ਅਤੇ ਚੰਦਰਮਾ ਨੂੰ ਵੀ ਮਾਤ ਪਾਉਂਦਾ ਸੀ। ਮਤਲਬ ਇੰਨੀ ਖੂਬਸੂਰਤ ਉਹ ਔਰਤ, ਉਹ ਸੂਰਜ ਅਤੇ ਚੰਦਰਮਾ ਵੀ ਸ਼ਰਮਾ ਜਾਂਦੇ ਸੀ ਉਹਨੂੰ ਦੇਖ ਕੇ। ਉਹ ਵਿਆਹ ਕਰਾਉਣਾ ਚਾਹੁੰਦੀ ਸੀ। ਲੋ ਜੰਮਦੀ ਨੂੰ ਉਹਨੂੰ ਵਿਆਹ ਦਾ ਫਿਕਰ ਪੈ ਗਿਆ। ਹੈ ਨਾ ਕਮਾਲ। ਇਹ ਸਿੱਖਾਂ ਦਾ ਗ੍ਰੰਥ ਜੇ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਅੰਦਾਜ਼ਾ ਲਗਾਓ, ਜੰਮਦੀ ਨੂੰ ਉਹ ਵਿਆਹ ਦੀ ਚਿੰਤਾ ਹੋ ਗਈ। ਉਹ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਉਸ ਨੂੰ ਕੋਈ ਯੋਗ ਵਰ ਨਾ ਲੱਭਾ। ਬੜੀ ਕੋਸ਼ਿਸ਼ ਕੀਤੀ ਵੀ ਕੋਈ ਪਸੰਦ ਦਾ ਮੁੰਡਾ ਮਿਲ ਜਾਏ, ਭੱਜ ਨੱਠ ਕੀਤੀ, ਨਹੀਂ ਗੱਲ ਨਹੀਂ ਬਣੀ। ਬੜਾ ਔਖਾ ਹੋ ਗਿਆ ਕੰਮ। ਅਤੇ ਫਿਰ ਉਸਨੇ ਸੋਚਿਆ ਕਿ ਕਿਉਂ ਨਾ ਜਗਤ ਦੇ ਸੁਆਮੀ ਰੱਬ ਨਾਲ ਹੀ ਵਿਆਹ ਕੀਤਾ ਜਾਏ। ਅਤੇ ਮੈਂ ਚੰਗਾ ਕੰਮ ਹੈ ਵੀ ਚਲੋ ਨਹੀਂ ਕੋਈ ਬੰਦਾ ਪਸੰਦ ਆਇਆ ਤਾਂ ਆਪਾਂ ਰੱਬ ਨੇ ਵਿਆਹ ਕਰਾ ਲੈਂਦੇ। ਇਹ ਤੋਂ ਵਧੀਆ ਕੀ ਕੋਈ ਕਹੇ ਮੈਂ ਰਾਜੇ ਨੇ ਵਿਆਹ ਕਰਾ ਲੈਣਾ, ਵਧੀਆ ਨਾ ਕੰਮ। ਨਾਲੇ ਪੁੰਨ ਅਤੇ ਨਾਲੇ ਫਲੀਆਂ, ਨਾਲੇ ਤਾਂ ਮਤਲਬ ਵਿਆਹ ਹੋ ਜੂ ਅਤੇ ਨਾਲੇ ਮਹਾਰਾਣੀ ਬਣ ਜਾਣਾ, ਰਾਜੇ ਦੀ ਘਰ ਵਾਲੀ ਮਹਾਰਾਣੀ। ਅਤੇ ਉਸਨੇ ਸੋਚਿਆ ਕਿ ਕਿਉਂ ਨਾ ਜਗਤ ਦੇ ਸੁਆਮੀ ਰੱਬ ਨਾਲ ਹੀ ਵਿਆਹ ਕੀਤਾ ਜਾਏ। ਪਰ ਮੁਸ਼ਕਿਲ ਇਹ ਸੀ ਕਿ ਰੱਬ ਨੂੰ ਮਿਲਿਆ ਕਿਵੇਂ ਜਾਵੇ, ਕਿਉਂਕਿ ਸੌਖਾ ਕੰਮ ਥੋੜ੍ਹੀ ਅਪਰੋਚ ਕਰਨਾ ਰੱਬ ਨੂੰ, ਫਿਰ ਮੈਂ ਤੇਰੇ ਨਾਲ ਵਿਆਹ ਕਰਾਉਣੀ ਚਾਹੁੰਦੀ ਹਾਂ। ਔਖਾ ਹੈ ਨਾ। ਕਿਸੇ ਵੱਡੇ ਨਾਲ ਕੋਈ ਬੰਦਾ, ਕੋਈ ਲੜਕੀ ਕਹੇ ਕਿ ਸਮੇਂ ਦੇ ਰਾਜੇ ਨਾਲ ਮੈਂ ਵਿਆਹ ਕਰਾਉਣਾ, ਉਹ ਕਿਵੇਂ ਜਾ ਕੇ ਅਪਰੋਚ ਕਿੱਦਾਂ ਕਰੂ, ਉਹਦੇ ਤੱਕ ਪਹੁੰਚ ਕਿੱਦਾਂ ਕਰੂ। ਉਹਨੂੰ ਟੈਨਸ਼ਨ ਇਸੇ ਗੱਲ ਦੀ ਸੀ ਕਿ ਬੰਦਾ ਕੋਈ ਪਸੰਦ ਨਹੀਂ ਆਇਆ ਅਤੇ ਚਲੋ ਰੱਬ ਨੇ ਵਿਆਹ ਕਰਾ ਲੈਂਦੇ ਹਾਂ। ਉਸ ਮਹਾਕਾਲ ਨੂੰ ਕਿਵੇਂ ਪ੍ਰਸੰਨ ਕੀਤਾ ਜਾ ਸਕੇ। ਉਸ ਇਸਤਰੀ ਨੇ ਭਾਂਤ ਭਾਂਤ ਦੇ ਜੰਤਰ ਲਿਖੇ। ਪਾਸ ਉਹ ਬਾਲਾ ਨੇ, ਨੌਜਵਾਨ ਲੜਕੀ ਨੇ ਭਾਂਤ ਭਾਂਤ ਦੇ ਜੰਤਰ ਲਿਖੇ। ਤਾਂ ਫਿਰ ਕੀ ਹੋਇਆ, ਜਗਤ ਮਾਤਾ ਭਵਾਨੀ ਖੁਸ਼ ਹੋ ਗਈ ਅਤੇ ਜਗਤ ਮਾਤਾ ਭਵਾਨੀ ਨੇ ਉਸ ਉੱਤੇ ਕਿਰਪਾ ਕੀਤੀ ਅਤੇ ਉਸ ਨੂੰ ਇਸ ਤਰ੍ਹਾਂ ਗੱਲ ਸਮਝਾਈ, ਤੂੰ ਹਿਰਦੇ ਵਿੱਚ ਦੁੱਖ ਨਾ ਮਨਾ, ਤੂੰ ਐਵੇਂ ਟੈਨਸ਼ਨ ਨਾ ਲੈ, ਐਵੇਂ ਦੁੱਖ ਨਾ ਮਨਾ, ਐਵੇਂ ਹਿੰਮਤ ਹਾਰੀ ਬੈਠੀ ਆ, ਤੂੰ ਹਿਰਦੇ ਵਿੱਚ ਦੁੱਖ ਨਾ ਮਨਾ। ਨਿਰੰਕਾਰ ਰੱਬ ਤੇਰੇ ਨਾਲ ਵਿਆਹ ਜ਼ਰੂਰ ਕਰਨਗੇ। ਹੁਣ ਤਰਕੀਬ ਦੱਸਣ ਲੱਗੀ ਹੈ ਭਵਾਨੀ ਦੇਵੀ ਉਸ ਬਾਲਾ ਨੂੰ, ਨੌਜਵਾਨ ਖੂਬਸੂਰਤ ਇਸਤਰੀ ਨੂੰ ਇਹ ਤਰਕੀਬ ਦੱਸਣ ਲੱਗੀ ਹੈ ਕਿ ਉਹ ਜ਼ਰੂਰ ਵਿਆਹ ਕਰਨਗੇ। ਤੂੰ ਅੱਜ ਰਾਤ ਉਸ ਦਾ ਧਿਆਨ ਧਾਰਨ ਕਰੀਂ, ਉਸ ਨੂੰ ਯਾਦ ਕਰੀਂ। ਇਹ ਸੁਣ ਕੇ ਉਹ ਬਾਲਾ, ਉਹ ਲੜਕੀ ਖੁਸ਼ ਹੋ ਗਈ। ਉਹ ਅਤ ਪਵਿੱਤਰ ਹੋ ਕੇ ਰਾਤ ਨੂੰ ਇਕੱਲੀ ਧਰਤੀ ਉੱਤੇ ਸੌਂ ਗਈ। ਜਦੋਂ ਅੱਧੀ ਰਾਤ ਬੀਤ ਗਈ ਤਾਂ ਰੱਬ ਨੇ ਕਿਹਾ, ਉਹ ਰੱਬ ਜੀ ਆ ਗਏ, ਮਹਾਕਾਲ ਜੀ ਆ ਗਏ, ਯਾਦ ਕੀਤਾ ਸੀ, ਹੈ ਨਾ। ਔਰ ਇਹ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ, ਅੰਦਾਜ਼ਾ ਲਗਾ ਲਓਗੇ ਗੁਰੂ ਗੋਬਿੰਦ ਸਿੰਘ ਸਾਨੂੰ ਇਹੋ ਜਿਹੀਆਂ ਕਹਾਣੀਆਂ ਸੁਣਾਉਣ ਆਏ ਸੀ। ਅੱਧੀ ਰਾਤ ਬੀਤ ਗਈ ਤਾਂ ਰੱਬ ਜੀ ਨੇ ਕਿਹਾ, ਜਦੋਂ ਸਵਾਸ ਵੀਰਜ ਨਾਂ ਦਾ ਦੈਂਤ ਮਾਰਿਆ ਜਾਵੇਗਾ ਤਦ ਤੂੰ ਮੇਰੇ ਨਾਲ ਵਿਆਹ ਕਰਵਾ ਸਕੇਂਗੀ। ਵਿਆਹ ਕਰਾਉਣ ਨੂੰ ਰੱਬ ਮੰਨ ਗਿਆ, ਕੰਡੀਸ਼ਨਲ, ਇੱਕ ਸ਼ਰਤ ਰੱਖ ਦਿੱਤੀ ਕਿ ਵਿਆਹ ਉਦੋਂ ਹੋਏਗਾ ਜਦੋਂ ਸਵਾਸ ਵੀਰਜ ਨਾਂ ਦਾ ਦੈਂਤ ਮਾਰਿਆ ਜਾਊਗਾ, ਉਦੋਂ ਤੇਰੇ ਨਾਲ ਮੈਂ ਵਿਆਹ ਕਰ ਲਵਾਂਗਾ। ਤਦ ਉਸ ਬਾਲਾ ਨੇ ਸ਼ਾਸਤਰ ਸਜਾ ਲਏ
ਅਤੇ ਸਭ ਨੂੰ ਨਾਲ ਲੈ ਕੇ ਯੁੱਧ ਨੂੰ ਚੱਲ ਪਈ। ਹੁਣ ਤੇ ਸੋਚਣ ਵਾਲੀ ਗੱਲ ਇਹ ਹੈ, ਇਹ ਪੈਦਾ ਹੋਈ ਸੀ ਹੁਣੇ ਕੱਲੀ, ਫੌਜਾਂ ਕਿੱਥੋਂ ਲੈ ਲਈਆਂ, ਸ਼ਾਸਤਰ ਵੀ ਲੈ ਲੈ, ਔਰ ਐਡੇ ਵੱਡੇ ਨਾਲ ਜਿਹੜਾ ਸੁਆਸ ਵੀਰ ਚ ਮਹਾਨ ਯੋਧਾ, ਉਹਨਾਂ ਲੜਾਈ ਕਰਨ ਚੱਲ ਪਏ। ਕਹਾਣੀ ਆ, ਭਾਵੇਂ ਲੱਖਾਂ ਲੋਕ ਇੱਕ ਮਿੰਟ 'ਚ ਇਕੱਠੇ ਕਰ ਲਓ। ਗੱਲ ਕਿਹੜੀ ਹੈ? ਸਿੱਖਾਂ ਦੇ ਕਹਿੰਦੇ ਹੁੰਦੇ ਅੱਖੀਂ ਘੱਟਾ ਪਾਉਣਾ, ਗੁੰਮਰਾਹ ਕਰਨਾ, ਨਾ ਗੁਰੂ ਦਾ ਵਰਤਣਾ, ਅਤੇ ਉਹ ਲੈ ਕੇ ਅਤੇ ਸਾਰੇ ਅਸਤਰ ਸ਼ਸਤਰ ਸਜਾ ਕੇ ਅਤੇ ਉਸ ਨੇ ਯੁੱਧ ਦਾ ਐਲਾਨ ਕਰ ਦਿੱਤਾ। ਤਦ ਉਸ ਬਾਲਾ ਨੇ ਸ਼ਾਸਤਰ ਸਜਾ ਲਏ ਅਤੇ ਸਭ ਨੂੰ ਨਾਲ ਲੈ ਕੇ ਯੁੱਧ ਨੂੰ ਚੱਲ ਪਈ। ਉਸ ਬਾਲਾ ਨੇ ਸੁਆਸ ਵੀਰ ਦੇ ਕਿਲੇ ਨੂੰ ਘੇਰ ਲਿਆ ਅਤੇ ਯੁੱਧ ਦੀ ਘੋਸ਼ਣਾ ਕਰਨ ਲਈ ਨਗਾਰੇ ਵਜਾ ਦਿੱਤੇ। ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਲੜਾਈਆਂ ਹੁੰਦੀਆਂ ਸੀ, ਉਹ ਢੋਲ ਢਮੱਕੇ ਨਾਲ ਪੂਰੇ 10 ਕੇ ਲੜਾਈਆਂ ਹੁੰਦੀਆਂ ਸੀ, ਪਿੱਠ ਪਿੱਛੇ ਵਾਰ ਨਹੀਂ ਕੀਤਾ ਜਾਂਦਾ ਸੀ। ਨਗਾਰੇ ਵਜਾ ਦਿੱਤੇ। ਜਦ ਸੁਆਸ ਵੀਰ ਜੀ ਨੇ ਯੁੱਧ ਦੀ ਘੋਸ਼ਣਾ ਦੇ ਨਗਾਰੇ ਸੁਣੇ ਤਾਂ ਉਹ ਬਹੁਤ ਹੈਰਾਨ ਹੋਇਆ, ਕਿਸ ਨੇ ਹਿੰਮਤ ਕੀਤੀ ਹੈ ਮੇਰੇ ਉੱਤੇ। ਉਹ ਵਿਚਾਰਾ ਸੌਂ ਰਿਹਾ ਹੋਣਾ, ਆਰਾਮ ਕਰ ਰਿਹਾ ਹੋਣਾ, ਦੇਖਿਆ ਯਾਰ ਮੇਰੇ ਉੱਤੇ ਹਮਲਾ ਕਰਦਾ, ਕਿਉਂਕਿ ਬਹੁਤ ਮਹਾਨ ਸੀ। ਮਹਾਨ ਕਿਉਂ ਸੀ, ਆਓ ਅਸੀਂ ਦੇਖਦੇ ਹਾਂ। ਮੈਂ ਤਾਂ ਤਾਕਤ, ਰਕਤ ਬੀਜ, ਇੰਦਰ, ਚੰਦਰਮਾ, ਸੂਰਜ, ਰਾਵਣ ਤੱਕ ਨੂੰ ਜਿੱਤਿਆ ਹੈ ਅਤੇ ਇੱਥੋਂ ਤੱਕ ਕਿ ਸ਼ਿਵ ਨੂੰ ਵੀ ਭਜਾ ਦਿੱਤਾ ਸੀ। ਰਕਤ ਬੀਜ ਇਸ ਕਹਾਣੀ ਅਨੁਸਾਰ ਐਡਾ ਮਹਾਨ ਸੀ, ਉਸਨੇ ਇੰਦਰ ਨੂੰ, ਚੰਦਰਮਾ ਨੂੰ, ਸੂਰਜ ਨੂੰ, ਇੱਥੋਂ ਤੱਕ ਕਿ ਰਾਵਣ ਨੂੰ ਵੀ ਹਰਾ ਦਿੱਤਾ ਸੀ, ਔਰ ਸ਼ਿਵ ਨੂੰ ਵੀ ਉਸਨੇ ਮੈਦਾਨ ਵਿੱਚੋਂ ਭਜਾ ਦਿੱਤਾ ਸੀ। ਅਤੇ ਉਹਦੇ ਉੱਤੇ ਆਹ ਵਾਲਾ ਨੇ ਆ ਕੇ ਹਮਲਾ ਕਰ ਦਿੱਤਾ। ਹੁਣ ਅਤੁਲ ਬੀਜ, ਇਹਦਾ ਨਾਂ 2 ਲਿਖੇ ਨੇ, ਅਤੁਲ ਬੀਜ, ਰਕਤ ਬੀਜ, ਦੋਨੋਂ ਇੱਕੋ ਬੰਦੇ ਦੇ ਨਾਂ ਨੇ। ਅਤੁਲ ਬੀਜ ਔਰ ਸੁਆਸ ਵੀਰ, ਅਤੁਲ ਵੀਰ ਐਂਡ ਸੁਆਸ ਵੀਰ, ਦੋਨੋਂ ਇੱਕੋ ਬੰਦੇ ਦੇ ਨਾਂ ਨੇ ਵੀ ਆਪਣੀ ਸੈਨਾ ਇਕੱਠੀ ਕੀਤੀ ਅਤੇ ਲੜਾਈ ਦਾ ਸ਼ੰਖ ਵਜਾ ਦਿੱਤਾ। ਇੱਕ ਪਾਸੇ ਸੁਆਸ ਵੀਰ ਦੀਆਂ ਫੌਜਾਂ ਅਤੇ ਦੂਸਰੇ ਪਾਸੇ ਦੂਲਾ ਦੇਈ। ਲਓ ਜੀ, ਹੁਣ ਇਹ ਬਾਲਾ ਦਾ ਨਾਮਕਰਨ ਹੋ ਗਿਆ। ਪਹਿਲਾਂ ਬਾਲਾ ਹੀ ਲਿਖੀ ਗਿਆ, ਨੌਜਵਾਨ ਇਸਤਰੀ ਲਿਖੀ ਗਿਆ, ਅਤੇ ਹੁਣ ਉਹਦਾ ਨਾਮਕਰਨ ਕਰ ਦਿੱਤਾ। ਉਹਦਾ ਨਾਮ ਹੈ ਦੂਲਾ ਦੇਈ। ਅਤੇ ਦੂਲਾ ਦੇਈ ਵਾਲਾ ਦੀਆਂ ਫੌਜਾਂ ਵਿੱਚ ਗਹਿ-ਗਚ ਲੜਾਈ ਸ਼ੁਰੂ ਹੋ ਗਈ। ਸੁਆਸ ਵੀਰ ਅਤੇ ਦੂਲਾ ਦੇਈ ਦੀਆਂ ਫੌਜਾਂ ਵਿੱਚ ਗਹਿ-ਗਚ ਲੜਾਈ ਸ਼ੁਰੂ ਹੋ ਗਈ। ਦੂਲਾ ਦੇਈ ਖਿੱਚ ਕੇ ਤੀਰ ਚਲਾਉਂਦੀ ਸੀ। ਜਦੋਂ ਦੈਂਤਾਂ ਨੂੰ ਤੀਰ ਲੱਗੇ ਤਾਂ ਉਹ ਰੋਹ ਵਿੱਚ ਆ ਗਏ। ਉਹਨਾਂ ਨੇ ਵੀ ਅੱਗਿਓਂ ਪੂਰੀ ਤਾਕਤ ਨਾਲ ਜਵਾਬ ਦਿੱਤਾ। ਦੂਲਾ ਦੇਈ ਨੇ ਬਹੁਤ ਦੈਂਤਾਂ ਨੂੰ ਮਾਰਿਆ, ਪਰ ਜਦੋਂ ਦੈਂਤ ਸਾਹ ਲੈਂਦੇ ਸਨ ਤਾਂ ਉਹਨਾਂ ਦੇ ਸਾਹ ਤੋਂ ਹੋਰ ਦੈਂਤ ਪੈਦਾ ਹੋ ਜਾਂਦੇ ਸਨ। ਅਗਰ ਉਹਨਾਂ ਦੀ ਮਿੱਝ ਜਾਂ ਖੂਨ ਧਰਤੀ 'ਤੇ ਡਿੱਗਦਾ ਸੀ ਤਾਂ ਹੋਰ ਦੈਂਤ ਪੈਦਾ ਹੋ ਜਾਂਦੇ ਸਨ। ਅਗਰ ਚਿੰਤਾ ਕਰਦੇ ਸਨ ਤਾਂ ਉਸ ਚਿੰਤਾ ਵਿੱਚੋਂ ਹੋਰ ਦੈਂਤ ਪੈਦਾ ਹੋ ਜਾਂਦੇ ਸਨ। ਜਿਉਂ-ਜਿਉਂ ਦੂਲਾ ਦੇਈ ਉਹਨਾਂ ਨੂੰ ਮਾਰਦੀ ਸੀ, ਤਿਉਂ-ਤਿਉਂ ਉਹਨਾਂ ਦੀ ਗਿਣਤੀ ਹੋਰ ਵਧੀ ਜਾਂਦੀ ਸੀ। ਜੇ ਦੈਂਤਾਂ ਦੇ ਮੂੰਹ ਵਿੱਚੋਂ ਲਾਲਾਂ ਡਿੱਗਦੀਆਂ ਸਨ ਤਾਂ ਉਹਨਾਂ ਲਾਲਾਂ ਵਿੱਚੋਂ ਤੋਂ ਵੀ ਹੋਰ ਦੈਂਤ ਬਣੀ ਜਾ ਰਹੇ ਸਨ। ਦੂਲਾ ਦੇਈ ਬਾਲਾ ਲੜਾਈ ਕਰਦੀ ਅੱਖ ਥੱਕ ਗਈ। ਅੱਗੇ ਹੁਣ ਇਹਦਾ ਨਾਂ ਲਿਖ ਦਿੱਤਾ ਕਾਲਕਾ ਦੇਵੀ, ਭਾਵ ਉਹ ਬਾਲਾ, ਦੂਲਾ ਦੇਈ ਜਾਂ ਕਾਲਕਾ, ਇਹ ਤਿੰਨੋਂ ਇੱਕੋ ਹੀ ਚੀਜ਼ ਦੇ ਨਾਮ ਨੇ। ਕਾਲਕਾ ਨੇ ਚਿੱਤ ਵਿੱਚ ਧਿਆਨ ਕੀਤਾ। ਇੱਥੇ ਕਵੀ ਉਸ ਦੂਲਾ ਦੇਈ ਨੂੰ ਹੀ ਕਾਲਕਾ ਲਿਖ ਰਿਹਾ, ਤਾਂ ਭਗਵਾਨ ਰੱਬ ਜਾਂ ਅਕਾਲ ਪੁਰਖ ਨੇ ਦਰਸ਼ਨ ਦਿੱਤੇ। ਜਦੋਂ ਉਹਨੂੰ ਯਾਦ ਕੀਤਾ ਨਾ, ਅਤੇ ਉਹ ਹੁਣ ਰੱਬ ਜੀ ਆ ਗਏ। ਹੁਣ ਇਹ ਚੀਜ਼ਾਂ ਨੋਟ ਕਰਨ ਵਾਲੀਆਂ। ਸਿੱਖਾਂ ਦਾ ਰੱਬ ਗੁਰੂ ਗ੍ਰੰਥ ਸਾਹਿਬ ਅਨੁਸਾਰ ਕੋਈ ਵਿਅਕਤੀ ਨਹੀਂ ਹੈ, ਕੋਈ ਫਿਜ਼ੀਕਲ ਬੋਡੀ ਵਾਲਾ ਜੋ ਪੈਦਾ ਹੁੰਦਾ ਮਰ ਜਾਂਦਾ, ਇੱਦਾਂ ਦਾ ਰੱਬ ਨਹੀਂ ਸੀ। ਪਰ ਇਸ ਗ੍ਰੰਥ ਦਾ ਰੱਬ ਜਿਹੜਾ ਉਹ
ਸਰੀਰਧਾਰੀ ਹੈ। ਇਹ ਖਿਆਲ ਕਰਨਾ, ਇਹ ਫਰਕ ਲੱਭੀ ਜਾਣਾ ਕਿ ਗੁਰਮਤਿ ਦੇ ਰੱਬ ਤੇ ਇਸ ਕਹਾਣੀ ਦੇ ਰੱਬ ਜਾਂ ਇਸ ਗ੍ਰੰਥ ਦੇ ਰੱਬ ਦੇ ਵਿੱਚ ਅੰਤਰ ਕੀ ਹੈ। ਹੁਣ ਇਹ ਸਿੱਖਾਂ ਨੇ ਸਮਝਣਾ ਮੰਨਣਾ ਕਿ ਉਹਨਾਂ ਨੂੰ ਆਹ ਰੱਬ ਚਾਹੀਦਾ ਇੱਦਾਂ ਦੀ ਜਿਹੜਾ ਵਿਅਕਤੀ ਰੂਪ ਵਿੱਚ ਹਾਜ਼ਰ ਹੈ, ਜਾਂ ਉਹ ਸ਼ਕਤੀ ਰੂਪ ਵਿੱਚ ਪਾਵਰ ਨਿਯਮ ਕਾਨੂੰਨ ਦੇ ਰੂਪ ਵਿੱਚ ਜਿਹੜਾ ਰੱਬ ਹੈ ਜਿਸ ਨੂੰ ਕਿਹਾ ਗਿਆ ਕੁਦਰਤ ਕਰਕੇ ਵਸਿਆ ਸੋਏ, ਉਹ ਰੱਬ ਚਾਹੀਦਾ ਜਾਂ ਆਹ ਰੱਬ ਚਾਹੀਦਾ, ਜਾਂ ਕਿੰਨੇ ਕੁ ਰੱਬ ਸਿੱਖਾਂ ਨੂੰ ਮੰਨਣੇ ਪੈਣਗੇ ਵੀ ਕਿੰਨੇ ਕੁ ਤਰ੍ਹਾਂ ਦੇ ਰੱਬ ਨੇ। ਅਤੇ ਆਓ ਦੂਲਾ ਦੇ ਵਾਲਾ ਲੜਾਈ ਕਰਦੀ ਅੱਖ ਥੱਕ ਗਈ। ਕਾਲਕਾ ਨੇ ਚਿੱਤ ਵਿੱਚ ਧਿਆਨ ਕੀਤਾ। ਕੀ ਧਿਆਨ ਕੀਤਾ? ਵਾਲਾ ਨੇ ਜਾਂ ਦੂਲਾ ਦੇਈ ਨੇ ਜਾਂ ਕਾਲਕਾ ਨੇ ਪ੍ਰਣਾਮ ਕੀਤਾ। ਜਦੋਂ ਰੱਬ ਜੀ ਆ ਗਏ ਨਾ ਤਾਂ ਉਸ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੇ ਚਰਨਾਂ ਉੱਪਰ ਡਿੱਗ ਪਈ ਅਤੇ ਬੇਨਤੀ ਕੀਤੀ, ਹੇ ਸਤਿਕਾਲ, ਮੈਂ ਤੁਹਾਡੀ ਦਾਸੀ ਹਾਂ, ਆਪਣੀ ਜਾਣ ਕੇ ਮੇਰੀ ਪਾਲਣਾ ਕਰੋ, ਮੇਰੇ ਗੁਣ ਅਵਗੁਣ ਕੁਝ ਨਾ ਦੇਖੋ ਅਤੇ ਬਾਹਾਂ ਪਕੜਨ ਦੀ ਲਾਜ ਰੱਖੋ। ਇਹ ਵਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹੱਸਿਆ। ਕਿਵੇਂ? ਹਾ 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 ਹਾ। ਜਿਵੇਂ ਅਸੀਂ ਰਾਮਲੀਲਾ ਦੇਖਿਆ ਕਰਦੇ ਸਨ, ਉੱਥੇ ਰਾਵਣ ਇੱਦਾਂ ਹੱਸਦਾ ਹੁੰਦਾ ਸੀ, ਪਰ ਇਹ ਕਵੀ ਉਸ ਰੱਬ ਨੂੰ ਜਿਹੜਾ ਦੂਲਾ ਦੇਈ ਦਾ ਪਤੀ ਬਣਨ ਵਾਲਾ ਉਸ ਨੂੰ ਹੱਸਦਾ ਹੋਇਆ ਦਿਖਾਉਂਦੇ। ਹਾਸਾ ਕੀ ਹੋਇਆ? ਇੱਕ ਮਜਬੂਰ ਔਰਤ ਜਿਹੜੀ ਮਤਲਬ ਜੰਗ ਵਿੱਚੋਂ ਹਾਰ ਰਹੀ ਨੇ, ਉਸ ਨੂੰ ਉਸ ਦੀ ਮਜਬੂਰੀ ਉੱਤੇ ਰੱਬ ਹੱਸਦਾ। ਇਹ ਰੱਬ ਜਿਹੜਾ ਇਹ ਹੈ, ਇਹ ਕਿਸੇ ਦੀ ਮਜਬੂਰੀ ਦੇਖ ਕੇ ਹੱਸਦਾ। ਵੀ ਦੇਖਿਆ ਜਾਂ ਕਹਿੰਦੇ ਸੋਚਦਾ ਹੋਏਗਾ ਰੱਬ ਕਿ ਭਾਈ ਬੜੀ ਬਹਾਦਰ ਬਣੀ ਸੀ, ਮੈਂ ਤੈਨੂੰ ਥੋੜ੍ਹੀ ਕਿਹਾ ਸੀ ਵੀ ਤੂੰ ਉਹਨੂੰ ਮਾਰ ਕੇ ਆ, ਮੈਂ ਤਾਂ ਇਹ ਕਿਹਾ ਸੀ ਕਿ ਜਦੋਂ ਸੁਆਸ ਵੀਰ ਮਾਰਿਆ ਜਾਏਗਾ ਉਦੋਂ ਤੂੰ ਮੇਰੇ ਨਾਲ ਵਿਆਹ ਕਰਾ ਸਕਦੀ ਆ, ਉਹਨੂੰ ਤਾਂ ਮੈਂ ਹੀ ਮਾਰ ਦੇਣਾ ਸੀ, ਤੂੰ ਚੱਕ ਕੇ ਅਸਤਰ ਛੱਤ ਚੱਲ ਪਈ। ਹੋ ਸਕਦਾ ਇਸੇ ਕਰਕੇ ਹੱਸਿਆ ਹੋਵੇ। ਇੱਕ ਜਿਹੜੀ ਕਹਿੰਦੇ ਹੁੰਦੇ ਨਾ ਕਿਸੇ ਦੀ ਇਨਸਲਟ ਕਰਨ ਲਈ, ਬੇਇੱਜ਼ਤੀ ਕਰਨ ਲਈ ਹਾਸਾ ਅਸੀਂ ਹੱਸਦੇ ਹਾਂ, ਉਹ ਹਾਸਾ ਇੱਥੇ ਕਵੀ ਰੱਬ ਨੂੰ ਹੱਸਦੇ ਹੋਏ ਦਿਖਾਉਂਦਾ। ਤਾਂ ਫਿਰ ਕੀ ਹੋਇਆ? ਹੱਸਣ ਤੋਂ ਬਾਅਦ ਕੀ ਕੀਤਾ? ਤੇ ਇਹ ਵਚਨ ਸੁਣ ਕੇ ਕਾਲ ਠਹਾਕਾ ਮਾਰ ਕੇ ਹੱਸਿਆ ਅਤੇ ਤਲਵਾਰ ਨੂੰ ਲੱਕ ਨਾਲ ਬੰਨ੍ਹ ਲਿਆ ਅਤੇ ਕਹਿਣ ਲੱਗਾ, ਹੇ ਵਾਲਾ, ਚਿੰਤਾ ਨਾ ਕਰ, ਮੈਂ ਦੈਂਤਾਂ ਨੂੰ ਮਾਰਾਂਗਾ। ਕਾਲ ਨੇ ਚੌਹਾਂ ਹੱਥਾਂ ਨਾਲ ਸ਼ਸਤਰ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਅਨੇਕ ਦੈਂਤ ਮਾਰ ਦਿੱਤੇ। ਹੁਣ ਇੱਥੇ ਇੱਕ ਗੱਲ ਹੋਰ ਸਮਝ ਲੈਣੀ ਆ ਕਿ ਇਹ ਜਿਹੜਾ ਰੱਬ ਆ, ਮਹਾਕਾਲ ਆ, ਇਹ ਅਕਾਲ ਪੁਰਖ ਹੈ, ਇਹ ਨਿਰੰਕਾਰ ਹੈ, ਇਹਦੇ ਬੜੇ ਨਾਂ ਲਿਖੇ ਹੋਏ ਨੇ। ਉਹ ਸਰੀਰਧਾਰੀ ਆ। ਜਿੱਦਾਂ ਮਾਤਾ ਦੇ ਪੇਟ ਵਿੱਚੋਂ ਪੈਦਾ ਹੋ ਕੇ ਕੋਈ ਬੰਦਾ ਹੁੰਦਾ ਨਾ, ਵੱਡਾ ਹੁੰਦਾ, ਪਰ ਇੱਕ ਖਿਆਲ ਕਰਨਾ ਕਿ ਦੇਖੋ ਆਪਾਂ ਇਸ ਰੱਬ ਅੱਗੇ ਰੋਜ਼ ਅਰਦਾਸਾਂ ਕਰਦੇ, ਹਮਰੀ ਕਰੋ ਹੱਥ ਦਾ ਰਚਾ, ਹਮਰੀ ਕਰੋ ਹੱਥ ਦਾ ਰਚਾ। ਉਹ ਰੱਬ ਉਹ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਨਹੀਂ ਆ। ਤੁਹਾਨੂੰ ਅੱਗੇ ਜਦੋਂ ਪੂਰੀ ਕਹਾਣੀ ਸੁਣੋਗੇ ਤੁਹਾਨੂੰ ਸਮਝ ਆਏਗੀ ਐਸ ਰੱਬ ਅੱਗੇ ਅਰਦਾਸ ਕਰਦੇ ਰੋਜ਼, ਇਹਦੇ ਅੱਗੇ ਜੋਦੜੀਆਂ ਬੇਨਤੀਆਂ ਕਰੀ ਜਾਂਦੇ ਆ। ਇਹ ਆ ਮੈਂ ਤਾਂ ਦੱਸਣਾ ਕਰਨਾ ਚਾਹ ਰਿਹਾ ਸਾਰੀ ਸੰਗਤ ਨੂੰ, ਜਿਹੜੇ ਅੱਗੇ ਬੇਨਤੀਆਂ ਕਰਦੇ ਆ, ਮੰਨ ਲਓ ਉਹ ਆ ਜਾਏ ਤੁਹਾਨੂੰ ਮਿਲੇ ਤਾਂ ਤੁਸੀਂ ਪਛਾਣ ਤਾਂ ਲਓ ਨਾ ਕਿ ਇਹਦੇ ਅੱਗੇ ਬੇਨਤੀ ਕਰਦੇ ਸੀ। ਚਾਰ ਹੱਥਾਂ ਵਾਲਾ ਕੋਈ ਤੁਹਾਨੂੰ ਬੰਦਾ ਮਿਲ ਜਾਏ ਤਾਂ ਇਹ ਸਮਝ ਲਓ ਕੋਈ ਰੱਬ ਹੋ ਸਕਦਾ। ਜ਼ਰੂਰੀ ਨਹੀਂ ਉਹ ਰੱਬ ਹੋਵੇ, ਹੋ ਸਕਦਾ ਬਹੁਤ ਸਾਰੇ ਲੋਕ ਚਾਰ ਹੱਥਾਂ ਵਾਲੇ ਹੋਣ, ਮੈਂ ਕੋਈ ਦੇਖਿਆ ਨਹੀਂ, ਹੋ ਸਕਦਾ। ਸਾਰਾ ਕੁਛ ਅਸੀਂ ਜਾਣਦੇ ਨਹੀਂ ਹਾਂ। ਅਤੇ ਚਾਰ ਹੱਥਾਂ ਵਾਲਾ ਜੇ ਤੁਹਾਨੂੰ ਕੋਈ ਬੰਦਾ ਮਿਲ ਜਾਏ ਉਹ ਰੱਬ ਹੋ ਸਕਦਾ ਹੈ। ਅਤੇ ਅੱਜ ਦੀ ਕਹਾਣੀ ਅਸੀਂ ਇੱਥੋਂ ਤੱਕ ਲੈਂਦੇ ਹਾਂ ਕਿਉਂਕਿ ਬਹੁਤ ਲੰਮਾ, ਫਿਰ ਬਹੁਤ ਐਡੀ ਲੰਮੀ ਵੀਡੀਓ ਆਪਾਂ ਬਣਾਉਣੀ ਨਹੀਂ। ਅਗਲੀ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਰੱਬ ਦੈਂਤਾਂ ਨਾਲ ਕਿਵੇਂ ਲੜਦਾ, ਠੀਕ ਹੈ, ਅਤੇ ਦੈਂਤ ਕਿਵੇਂ ਲੜਦੇ ਨੇ, ਫਿਰ ਦੂਲਾ ਦੇਈ ਕਿੱਥੇ ਗਈ, ਫਿਰ ਆਖਰ ਵਿੱਚ ਕੌਣ ਜਿੱਤਦਾ? ਦੈਂਤ ਜਿੱਤਦੇ ਨੇ ਜਾਂ ਰੱਬ ਜਿੱਤਦਾ? ਅਗਰ ਰੱਬ ਜਿੱਤ ਜਾਂਦਾ ਫਿਰ ਅਸੀਂ ਦੇਖਾਂਗੇ ਕਿ ਦੂਲਾ ਦੇਈ ਦਾ ਵਿਆਹ ਹੁੰਦਾ ਕਿ ਨਹੀਂ ਹੁੰਦਾ, ਕਿਉਂਕਿ ਵਿਆਹ ਰੱਬ ਦਾ ਹੋਣਾ। ਰੱਬ ਦਾ ਵਿਆਹ ਸਾਨੂੰ ਸ਼ੌਂਕ ਨਾਲ, ਚਾਅ ਨਾਲ ਦੇਖਣਾ, ਨਵੇਕਲਾ ਵਿਆਹ ਹੋਏਗਾ ਨਾ। ਰੱਬ ਜੀ ਵਿਆਹ ਕਰਨ ਜਾ ਰਹੇ ਨੇ ਇੱਕ ਨੌਜਵਾਨ ਖੂਬਸੂਰਤ ਲੜਕੀ ਨਾਲ, ਅਤੇ ਸ਼ਰਤ ਇਹ ਹੈ
कि ਸਵਾਸ ਵਿੱਚ ਮਾਰਿਆ ਜਾਊ। ਹੁਣ ਦੇਖਦੇ ਹਾਂ ਸਵਾਸ ਵਿੱਚ ਮਰਦਾ ਨਹੀਂ ਮਰਦਾ, ਵਿਆਹ ਹੁੰਦਾ ਨਹੀਂ ਹੁੰਦਾ, ਇਹ ਅਗਲੇ ਵੀਡੀਓ ਵਿੱਚ ਅਸੀਂ ਦੇਖਾਂਗੇ। ਹੁਣ ਤੱਕ ਅਸੀਂ ਇਹ ਦੇਖ ਲਿਆ ਕਿ ਗੁਰਮਤਿ ਦਾ ਜਿਹੜਾ ਵਿਧਾਨ ਹੈ ਕਿ ਮਾਤਾ ਪਿਤਾ ਤੋਂ ਬਗੈਰ ਬੱਚਾ ਪੈਦਾ ਨਹੀਂ ਹੋ ਸਕਦਾ। ਪਰ ਇਹ ਕਹਾਣੀ, ਇਹ ਗ੍ਰੰਥ, ਇਹ ਗਾਥਾ ਇਹ ਦੱਸ ਰਹੇ ਨੇ ਨਾ ਭਈ ਝੂਠ, ਸਭ ਝੂਠ, ਬੱਚੇ ਤਾਂ ਅੱਗ ਵਿੱਚੋਂ ਵੀ ਪੈਦਾ ਹੋ ਜਾਂਦੇ ਨੇ। ਤਾਂ ਜੇਕਰ ਭਈ ਤੁਸੀਂ ਅੱਗ ਵਿੱਚੋਂ ਪੈਦਾ ਹੋਣ ਵਾਲੇ ਬੱਚਿਆਂ ਨਾਲ ਸਹਿਮਤ ਹੋ, ਫਿਰ ਗੁਰੂ ਨਾਨਕ ਦੇ ਮਾਰਗ 'ਤੇ, ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੋਂ ਪਾਸੇ ਹਟਣਾ ਪਊਗਾ। ਦੋਨੋਂ ਇਕੱਠੇ ਨਹੀਂ ਚੱਲਣੇ। ਜਾਂ ਤਾਂ ਬਿਨਾਂ ਮਾਤਾ ਪਿਤਾ ਤੋਂ ਬੱਚੇ ਪੈਦਾ ਨਹੀਂ ਹੁੰਦੇ, ਕਿਉਂਕਿ ਅੱਜ ਕੱਲ੍ਹ ਟੈਸਟ ਟਿਊਬ ਬੱਚੇ ਵੀ ਬੇਬੀ ਪੈਦਾ ਹੋਣ ਲੱਗੇ ਆ, ਪਰ ਉਹਦੇ ਵਿੱਚ ਵੀ ਕੰਡੀਸ਼ਨ ਉਹੀ ਹੈ, ਪਿਤਾ ਦਾ ਵੀਰਜ ਅਤੇ ਮਾਤਾ ਦੀ ਰਕਤ ਦੀ ਲੋੜ ਉੱਥੇ ਵੀ ਪੈਂਦੀ ਹੈ, ਉਹ ਤੋਂ ਬਗੈਰ ਨਹੀਂ ਹੁੰਦਾ। ਅਤੇ ਭਾਈ ਜੇ ਤੁਸੀਂ ਅੱਗ ਵਿੱਚੋਂ ਪੈਦਾ ਹੋਣ ਵਾਲੇ ਬੱਚਿਆਂ ਨਾਲ ਸਹਿਮਤ ਹੋ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਨੂੰ ਪਾਸਾ ਵੱਟਣਾ ਪਏਗਾ। ਪਰ ਜੇ ਗੁਰੂ ਨਾਨਕ ਦੇ ਸਿੱਖ ਬਣੇ ਰਹਿਣਾ ਚਾਹੁੰਦੇ ਹੋ ਤਾਂ ਫਿਰ ਸਾਨੂੰ ਇਹ ਸਵਾਲ ਪੁੱਛਣਾ ਪਏਗਾ ਕਿ ਭਾਈ ਦੱਸੋ ਕਿ ਭਾਈ ਇਹ ਗੱਲ ਕਿਵੇਂ ਸਹੀ ਹੈ। ਅੱਗੇ ਆਪਾਂ ਵਿਚਾਰਾਂ ਕਰਾਂਗੇ ਕਿ ਜਿਹੜੀਆਂ 3 ਤਰ੍ਹਾਂ ਦੀ ਵਿਚਾਰ ਹੈ ਕਿ ਇੱਕ ਹੈ ਵੀ ਇਹ ਰਚਨਾ ਗੁਰੂ ਗੋਬਿੰਦ ਸਿੰਘ ਨੇ ਲਿਖੀ ਆ, ਇੱਕ ਹੈ ਕਿ ਇਹ ਰਚਨਾ ਜਿਹੜੀ ਆ ਗ੍ਰੰਥਾਂ ਦਾ ਉਲਥਾ ਹੈ, ਅਤੇ ਇੱਕ ਇਹ ਹੈ ਕਿ ਵੀ ਇਸ ਰਚਨਾ ਦਾ ਗੁਰੂ ਗੋਬਿੰਦ ਸਿੰਘ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਿੰਨਾਂ ਗੱਲਾਂ 'ਤੇ ਅਸੀਂ ਵਿਚਾਰ ਅਗਲੇ ਵੀਡੀਓ ਵਿੱਚ ਕਰਾਂਗੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।